ਸਭ ਨੂੰ ਪਤਾ ਵੀ ਕਿਵੇਂ ਇੱਥੇ ਸਟੂਡੈਂਟਸ ਆ ਕੇ ਔਖ ਸੌਖ 'ਚ ਰਹਿੰਦੇ ਨੇ, ਜੂਝਦੇ ਨੇ, ਜਿਹੜੀ ਕਈ ਵਾਰ ਰੋਟੀ ਵੀ ਨਸੀਬ ਨਹੀਂ ਹੁੰਦੀ ਹੈਗੀ ਇੰਨਾ ਕੰਮ ਕਰਨ ਤੋਂ ਬਾਵਜੂਦ ਵੀ, ਹੈ ਨਾ, ਹੈਂਡ ਟੂ ਮਾਊਥ ਹੁੰਦਾ ਕਿਉਂਕਿ ਖਰਚੇ ਪੂਰੇ ਨਹੀਂ ਹੁੰਦੇ। ਤੁਸੀਂ ਪਿੱਛੇ ਵੀ ਘਰੇ ਪੈਸੇ ਵੀ ਭੇਜਣੇ ਆ, ਇੱਥੇ ਦੇ ਵੀ ਖਰਚੇ ਰੱਖਣੇ ਆ, ਫੀਸ ਵੀ ਕੱਢਣੀ ਹੈ। ਜਿਹੜੇ ਧਰਨੇ ਤੇ ਬੈਠੇ ਨੇ, ਜਿਹੜੇ ਪ੍ਰਦਰਸ਼ਨ ਕਰ ਰਹੇ ਨੇ, ਜਿਹੜੇ ਕੰਮਾਂ ਤੇ ਨਹੀਂ ਜਾ ਰਹੇ, ਘਰ ਦਾ ਕਿਰਾਇਆ ਦੇਣਾ ਹੀ ਪੈਣਾ ਹੈ, ਗਰੋਸਰੀ ਲਿਆਉਣੀ ਪੈਣੀ ਹੈ, ਜਿਹੜੇ ਇੱਥੇ ਦੇ ਟੈਕਸ ਹੁੰਦੇ ਨੇ ਉਹ ਦੇਣੇ ਹੀ ਪੈਣੇ ਨੇ, ਪਰ ਉਹ ਕੌਣ ਦੇਵੇਗਾ, ਉਹ ਕੌਣ ਭਰੇਗਾ? ਸਵਾਲ ਇਹ ਵੱਡਾ ਉੱਠਦਾ ਹੈ ਕਿ ਇੰਨੀ ਵੱਡੀ ਨੈਗਲੀਜੈਂਸ ਹੋ ਗਈ। ਅੱਜ ਜਿਹੜੇ ਆਫਰ ਲੈਟਰ ਫੇਕ ਆ ਰਹੇ ਨੇ, IRCC ਨੂੰ ਉਸ ਵੇਲੇ ਕਿਉਂ ਨਹੀਂ ਪਤਾ ਲੱਗਾ ਜਦੋਂ ਵੀਜ਼ਾ ਜਾਰੀ ਕੀਤਾ ਗਿਆ? ਕਿੰਨੇ ਫਿਕਸਡ ਕਰੋ, ਉਹਦੀ ਫੀ ਕਿੰਨੀ ਹੈ? ਕੋਈ 25 ਲੱਖ ਮੰਗ ਲੈਂਦਾ, ਕੋਈ 30 ਲੱਖ ਮੰਗ ਲੈਂਦਾ, ਕੋਈ 35 ਮੰਗ ਲੈਂਦਾ, ਕੋਈ 50 ਲੈ ਲੈਂਦਾ। ਛਿੱਲ ਲਾਹੀ ਜਾ ਰਹੀ ਹੈ ਲੋਕਾਂ ਦੀ, ਇਹਦਾ ਤਾਂ ਕੋਈ ਹੱਲ ਨਹੀਂ ਨਾ। ਦੇਖੋ ਅਮਰਿਤ, ਪਹਿਲਾਂ ਤਾਂ ਸਟੂਡੈਂਟਸ ਬੋਲੇ ਹੀ ਨਹੀਂ ਡਰਦੇ। ਉਹਨਾਂ ਨੂੰ ਆਪਣੇ ਫੈਮਿਲੀ ਦਾ, ਆਪਣੇ ਪਰਿਵਾਰ ਦਾ ਵੀ ਪਿੱਛੇ ਨਾ ਕੋਈ ਗੱਲ ਹੋ ਜੇ, ਪਿੰਡ 'ਚ ਨਾ ਬਦਨਾਮੀ ਹੋ ਜੇ, ਜਿਹੜੇ ਸੋਸ਼ਲ ਟੈਬੂ ਹੁੰਦੇ ਨੇ ਉਹਦੇ ਕਰਕੇ ਬਹੁਤ ਸਾਰੇ ਬੱਚੇ ਤਾਂ ਬੋਲੇ ਹੀ ਨਹੀਂ। ਅਸੀਂ ਵੀ ਬਹੁਤ ਵਾਰੀ ਅਪਰੋਚ ਕੀਤੀ ਵੀ ਤੁਸੀਂ ਖੁੱਲ੍ਹ ਕੇ ਆਓ, ਸਾਹਮਣੇ ਬੋਲੋ, ਤੁਹਾਡਾ ਇਸ਼ੂ ਰੇਜ਼ ਹੋਊਗਾ। ਤੇ ਜਦੋਂ ਤੱਕ ਜਿਸ ਬੰਦੇ ਨੂੰ ਟਿਕਟ ਨਾ ਬੁੱਕ ਕੀਤੀ ਹੋਵੇ ਉਸ ਤੋਂ ਇਲਾਵਾ ਬਹੁਤ ਘੱਟ ਬੰਦੇ ਬੋਲੇ। ਚੰਗੀ ਕਿਸਮਤ ਵਾਲੀ ਗੱਲ ਹੈ ਵੀ ਥੋੜ੍ਹੇ ਚਿਰ ਨੂੰ ਚੋਣਾਂ ਨੇ। ਇਹ ਮੁੱਦਾ ਇਸ ਲੈਵਲ ਤੇ ਹਾਈਲਾਈਟ ਹੋ ਗਿਆ ਤਾਂ ਇਸ ਲੈਵਲ ਦੀ ਇਸਨੂੰ ਅਟੈਂਸ਼ਨ ਮਿਲ ਗਈ। ਜੇ ਸ਼ਾਇਦ ਚੋਣਾਂ ਨਾ ਹੁੰਦੀਆਂ ਤਾਂ ਕਿਸੇ ਨੇ ਬੋਦਰ ਵੀ ਨਹੀਂ ਕਰਨਾ ਸੀਗਾ। ਚੋਣਾਂ ਦੋਨੋਂ ਪਾਸੇ ਨੇ। ਲੱਖਾਂ ਲਾ ਕੇ ਵਿਦੇਸ਼ਾਂ ਦੇ ਵਿੱਚ ਆਏ ਤੇ ਹੁਣ ਡੈਪੂਟੇਸ਼ਨ ਨੇ ਡਰਾਏ। ਇਹ ਹਾਲ ਇਸ ਵੇਲੇ ਇੱਕ ਨਹੀਂ, ਦੋ ਨਹੀਂ, ਬਲਕਿ 700 ਜਾਂ ਇਸ ਤੋਂ ਵੀ ਵੱਧ ਨੰਬਰ ਹੋ ਸਕਦਾ ਹੈ ਉਹਨਾਂ ਭਾਰਤੀ ਵਿਦਿਆਰਥੀਆਂ ਦਾ, ਉਹਨਾਂ ਪੰਜਾਬੀ ਸਟੂਡੈਂਟਸ ਦਾ ਜਿਹੜਾ ਇੱਕ ਚੰਗੇ ਭਵਿੱਖ ਦੀ ਆਸ ਜਿਹੜਾ ਹਰ ਕੋਈ ਲੈ ਕੇ ਕੈਨੇਡਾ ਆਉਂਦਾ ਹੈ, ਉਸੇ ਤਰੀਕੇ ਦੇ ਨਾਲ ਆਏ ਤੇ ਸੋਚਿਆ ਵੀ ਨਹੀਂ ਸੀ ਕਿ ਅੱਜ ਇਹ ਹਾਲਾਤ ਬਣ ਜਾਣਗੇ ਕਿ ਉਹਨਾਂ ਨੂੰ ਵਾਪਸ ਜਾਣਾ ਪੈ ਸਕਦਾ ਹੈ। ਇਹ ਇਸ ਵੇਲੇ ਨੌਬਤ ਆ ਗਈ ਹੈ ਤੇ ਇਹ ਹਾਲ ਹੋਇਆ ਪਿਆ ਹੈ ਜੀ ਇਹਨਾਂ ਸਟੂਡੈਂਟਸ ਦਾ। ਇੰਟਰਨੈਸ਼ਨਲ ਸਟੂਡੈਂਟ ਜਿਹੜੇ ਕਹੇ ਜਾਂਦੇ ਨੇ ਕਿ ਇੱਥੋਂ ਦੀ ਕਿਸੇ ਵੀ ਮੁਲਕ ਦੀ ਇਕਨੋਮੀ ਦੇ ਵਿੱਚ ਇੱਕ ਵੱਡਾ ਰੋਲ ਅਦਾ ਕਰਦੇ ਨੇ, ਪਰ ਅੱਜ ਕੀ ਹੋ ਰਿਹਾ ਹੈ ਉਹਨਾਂ ਦੇ ਨਾਲ, ਉਸ ਦੀਆਂ ਬਹੁਤ ਸਾਰੀਆਂ ਤੁਸੀਂ ਵੀਡੀਓਜ਼ ਵੀ ਦੇਖੀਆਂ ਹੋਣਗੀਆਂ, ਤਸਵੀਰਾਂ ਵੀ ਦੇਖੀਆਂ ਹੋਣਗੀਆਂ। ਪਰ ਅੱਜ ਇਸ ਖਾਸ ਪੇਸ਼ਕਸ਼ ਦੇ ਜ਼ਰੀਏ ਅਸੀਂ ਤੁਹਾਨੂੰ ਦੱਸਾਂਗੇ ਕਿ ਫਿਲਹਾਲ ਸਥਿਤੀ ਕਿਸ ਤਰ੍ਹਾਂ ਦੀ ਹੈ ਤੇ ਅੱਗੇ ਕੀ ਹੋਣ ਦੇ ਆਸਾਰ ਨੇ। ਪੰਜਾਬ ਲਿੰਕ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਹਾਂ ਅੰਮ੍ਰਿਤ ਵਿਰਦੀ ਤੇ ਇਸ ਖਾਸ ਪੇਸ਼ਕਸ਼ ਦੇ ਵਿੱਚ ਮੇਰੇ ਨਾਲ ਮੇਰੇ ਸਹਿਯੋਗੀ ਸ਼ੁਭਕਰਮਨ ਸਿੰਘ ਧਾਲੀਵਾਲ। ਸ਼ੁਭਕਰਮਨ, ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਅੰਮ੍ਰਿਤ, ਬਹੁਤ-ਬਹੁਤ ਧੰਨਵਾਦ। ਸ਼ੁਭਕਰਮਨ, ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਹੈ ਕਿ ਜਦੋਂ ਜਿਹੜੇ ਲੋਕ, ਕਿਉਂਕਿ ਤੁਸੀਂ ਵੀ ਜਿੱਦਾਂ PR ਤੇ ਆਏ ਹੋ ਤੇ ਅਸੀਂ ਸ਼ਾਇਦ ਉਹ ਇੱਕ ਦੌਰ ਸਟਰਗਲ ਦਾ ਓਨੀ ਬਰੀਕੀ ਦੇ ਨਾਲ ਨਹੀਂ ਸਮਝ ਸਕਦੇ ਜਿਹੜਾ ਇਸ ਵੇਲੇ ਉਹਨਾਂ ਦੇ ਉੱਪਰ ਗੁਜ਼ਰ ਰਿਹਾ ਹੈ, ਪਰ ਇੰਨਾ ਜ਼ਰੂਰ ਸਮਝ ਸਕਦੇ ਹਾਂ ਕਿ ਜਦੋਂ ਕੋਈ 20-25 ਲੱਖ ਰੁਪਇਆ ਲਗਾ ਕੇ ਆਉਂਦਾ ਹੈ ਤੇ ਜਦੋਂ PR ਲਈ ਅਪਲਾਈ ਕਰਦਾ ਹੈ 3-4 ਸਾਲ ਬਾਅਦ ਤੇ ਅਚਾਨਕ ਅੱਗੋਂ ਸੁਣਨ ਨੂੰ ਮਿਲਦਾ ਕਿ ਤੁਹਾਡਾ ਤਾਂ ਜਿਹੜਾ ਆਫਰ ਲੈਟਰ ਸੀ ਉਹ ਫੇਕ ਸੀ। ਤੁਸੀਂ ਪਹਿਲਾਂ ਮੈਨੂੰ ਦੱਸੋ ਕਿ ਅੰਦਾਜ਼ਾ ਲਗਾ ਸਕਦੇ ਹੋ ਕਿ ਜੇ ਸਪੋਜ਼ ਕਰੋ ਤੁਹਾਨੂੰ ਇਹ ਕਿਸੇ ਨੇ ਗੱਲ ਕਹੀ ਹੋਵੇ, ਵਾਟ ਵਾਸ ਯੂਰ ਰਿਐਕਸ਼ਨ? ਬਿਲਕੁਲ ਸਹੀ ਗੱਲ ਹੈ। ਇਹ ਬਹੁਤ ਝਟਕਾ ਲੱਗਦਾ, ਬਹੁਤ ਵੱਡਾ ਝਟਕਾ ਲੱਗਦਾ, ਕਿਉਂਕਿ ਤੁਸੀਂ ਆਪਣੇ ਜਿਹੜੇ ਇੱਕ ਕਹਿ ਲਓ ਵੀ ਉਸ ਡਾਕੂਮੈਂਟੇਸ਼ਨ ਵੱਲ ਵੱਧ ਰਹੇ ਹੁੰਦੇ, ਜਿਸ ਤੋਂ ਬਾਅਦ ਜਿਹੜੇ ਤੁਸੀਂ ਆਪਦੇ ਅਸਲ ਮਾਇਨੇ 'ਚ ਇਸ ਦੇਸ਼ ਦੇ ਅੰਦਰ ਆ ਕੇ ਸੁਪਨੇ ਸੋਚੇ ਹੁੰਦੇ ਆ, ਡਰੀਮਸ ਹੁੰਦੇ ਆ ਕਿ ਕੋਈ ਬੰਦਾ ਬਿਜ਼ਨਸ ਕਰਨਾ ਚਾਹੁੰਦਾ ਹੈ, ਕੋਈ ਬੰਦਾ ਜੌਬ ਛੱਡ ਕੇ ਕੁਝ ਹੋਰ ਚੀਜ਼ ਪਰਸਿਊ ਕਰਨਾ ਚਾਹੁੰਦਾ ਜਿਹ 'ਚ ਉਹਦਾ ਜੀ ਲੱਗਦਾ ਹੈ, ਪੈਸ਼ਨ ਹੈਗਾ। ਕਿਉਂਕਿ ਬਹੁਤ ਵਾਰੀ ਆਪਾਂ ਕੰਮ ਉਹ ਫੜਦੇ ਹਾਂ ਜਿਸ ਨਾਲ ਅਸੀਂ PR ਹੋ ਸਕੀਏ, ਤੇ PR ਹੋਣ ਤੋਂ ਬਾਅਦ ਉਹ ਸਾਡੇ ਵਾਸਤੇ ਇੱਕ ਟਿਕਟ ਹੁੰਦੀ ਹੈ ਵੀ ਅਸੀਂ ਉਹ ਕਰ ਸਕਦੇ ਹਾਂ ਜੋ ਸਾਡਾ ਮਨ ਚਾਹੁੰਦਾ ਹੈ, ਜੋ ਸਾਡਾ ਜੀ ਚਾਹੁੰਦਾ ਹੈਗਾ। ਤਾਂ ਇਸ ਕਰਕੇ ਬਹੁਤ ਸਾਰੇ ਸਟੂਡੈਂਟਸ ਆਉਂਦੇ ਨੇ, ਕੋਰਸ ਅਪਲਾਈ ਕਰਦੇ ਆ, ਦਾਖਲਾ ਲੈਂਦੇ ਆ ਤੇ ਉਸ ਤੋਂ ਬਾਅਦ ਵਰਕ ਪਰਮਿਟ ਤੇ PR ਤੱਕ ਦੀ ਜਰਨੀ 'ਚ ਉਹ ਕਰਦੇ ਆ ਜੋ ਉਹਨਾਂ ਦੀ ਮਜਬੂਰੀ 'ਚ ਉਹਨਾਂ ਨੂੰ ਕਰਨਾ ਚਾਹੀਦਾ ਤਾਂ ਕਿ ਉਹਨਾਂ ਦੀ PR ਕੰਪਲੀਟ ਹੋ ਸਕੇ। ਤੇ ਜਦੋਂ ਤੁਸੀਂ ਉਸ ਰਾਹ ਵੱਲ ਵੱਧ ਰਹੇ ਹੁੰਦੇ ਹੋ ਤੇ ਇੱਕਦਮ ਤੁਹਾਨੂੰ ਕਹਿ ਦਿੱਤਾ ਜਾਵੇ ਤੁਹਾਡੀ ਜਿਹੜੀ ਐਡਮਿਸ਼ਨ ਲੈਟਰ ਸੀ ਉਹ ਫੇਕ ਸੀ ਤੇ ਤੁਹਾਨੂੰ ਤਾਂ ਇਕੱਲਾ ਤੁਹਾਨੂੰ PR ਹੀ ਨਹੀਂ ਮਿਲੂਗੀ, ਤੁਹਾਡੇ ਉੱਤੇ ਕੇਸ ਵੀ ਹੋਊਗਾ ਤੇ ਤੁਹਾਨੂੰ ਡਿਪੋਰਟ ਕੀਤਾ ਜਾਊਗਾ। ਤਾਂ ਬੰਦੇ ਦਾ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ। ਬੰਦਾ ਕਹਿੰਦਾ ਮੈਂ ਇੰਨੀ ਮਿਹਨਤ ਕੀਤੀ ਹੈ ਵੀ ਮੈਂ ਕਿੱਥੇ ਗਲਤ ਰਹਿ ਗਿਆ ਹੈਗਾ। ਬੰਦਾ ਆਪਣੇ ਆਪ ਨੂੰ ਕੁਐਸਚਨ ਕਰਦਾ ਹੈ। ਮੈਂਟਲੀ ਸਥਿਤੀ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ। ਤੁਸੀਂ ਕਿਉਂਕਿ ਨਾ ਤੁਸੀਂ ਪਿੱਛੇ ਪੇਰੈਂਟਸ ਨੂੰ ਦੱਸ ਸਕਦੇ ਹੋ। ਬਹੁਤ ਸਾਰੇ ਕੇਸਿਸ ਬੱਚਿਆਂ 'ਚ ਇਹ ਹੋਇਆ ਵੀ ਜਿਹੜੇ ਬੱਚੇ ਨੇ ਅੰਦਰੋਂ ਅੰਦਰ ਹੀ ਘੁੱਟੀ ਗਏ ਨੇ। ਮਾੜਾ ਮੋਟਾ ਫਰੈਂਡ ਸਰਕਲ ਨੂੰ ਪਤਾ ਹੈ ਪਰ ਉੱਥੋਂ ਤੁਹਾਨੂੰ ਕਿੰਨਾ ਕੁ ਸਹਾਰਾ ਮਿਲ ਸਕਦਾ। ਜਿਹੜੇ ਤੁਹਾਡਾ ਵਧੀਆ ਕੁਸ਼ਨ ਹੁੰਦੀ ਹੈ ਹਮੇਸ਼ਾ ਫੈਮਿਲੀ ਹੁੰਦੀ ਹੈ। ਫੈਮਿਲੀ ਨੂੰ ਤੁਸੀਂ ਦੱਸ ਨਹੀਂ ਪਾ ਰਹੇ ਕਿਉਂਕਿ ਫਿਰ ਤੁਹਾਨੂੰ ਆਏ ਆ ਵੀ ਉਹ ਕੀ ਸੋਚਣਗੇ, ਉਹ ਇਸ ਗੱਲ ਨੂੰ ਕਿਵੇਂ ਲੈਣਗੇ, ਕਰਜ਼ਾ ਕੌਣ ਲਾਊਗਾ। ਤੇ ਫਿਰ ਜਦੋਂ ਪਿੰਡ 'ਚ ਇਹ ਗੱਲ ਫੈਲ ਜਾਂਦੀ ਹੈ ਤਾਂ ਫਿਰ ਲੋਕ ਮਿਹਣੇ ਵੀ ਮਾਰਦੇ ਆ
ਕਿਉਂਕਿ ਫਿਰ ਮਿਹਨਿਆਂ ਦੀ ਗੱਲ ਆ ਜਾਂਦੀ ਹੈ, ਲੋਕਾਂ ਬੱਚੇ ਫੈਮਿਲੀ ਨੂੰ ਹੁੰਦਾ ਵੀ ਸਾਡੀ ਇੱਜ਼ਤ ਉਹਦੇ, ਇਹ ਬਹੁਤ ਸਾਰੇ ਫੈਕਟਰਸ ਨੇ ਮਿਸਲੇਨੀਅਸ। ਪਰ ਵੱਡੀ ਗੱਲ ਇਹ ਹੈ ਵੀ ਸਭ ਤੋਂ ਵੱਡੀ ਗੱਲ ਹੈ ਸਟੂਡੈਂਟਸ ਨੇ ਆਪਣਾ ਵਰਥ ਪ੍ਰੂਵ ਕੀਤਾ ਹੈ। ਦੇਖੋ ਜਿਵੇਂ ਪੀਅਰ ਪੋਲੀਐਵ ਨੇ ਕਿਹਾ ਪਾਰਲੀਮੈਂਟ ਦੇ ਅੰਦਰ ਵੀ ਕਾਮਨ ਸੈਂਸ ਵਾਲੀ ਗੱਲ ਹੈ, ਉਹ ਗੱਲ ਜਾਇਜ਼ ਵੀ ਹੈਗੀ ਹੈ, ਕਿਉਂਕਿ ਬੱਚਿਆਂ ਨੇ ਜੇ ਇੱਕ ਥਾਂ 'ਤੇ ਦਾਖਲਾ ਨਹੀਂ ਲਿਆ, ਦੂਜੇ ਥਾਂ 'ਤੇ ਦਾਖਲਾ ਲੈਂਦੇ ਆ, ਕੈਨੇਡੀਅਨ ਸਟੱਡੀਜ਼ ਨੂੰ ਫੁਲਫਿਲ ਕਰਦੇ ਆ, ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕਰਦੇ ਆ, ਤਾਂ ਮਤਲਬ ਕਿ ਉਹ ਪ੍ਰੂਵ ਕਰ ਰਹੇ ਨੇ ਵੀ ਅਸੀਂ ਪੜ੍ਹ ਸਕਦੇ ਹਾਂ, ਅਸੀਂ ਕਾਬਲ ਹਾਂ, ਨਾ ਕਿਸੇ ਦਾ ਕ੍ਰਿਮੀਨਲ ਰਿਕਾਰਡ ਵੀ ਨਹੀਂ ਹੈ, ਕੋਈ ਖਰਾਬ ਮਾੜਾ ਰਿਕਾਰਡ ਵੀ ਨਹੀਂ ਹੈ। ਤਾਂ ਉਹਨਾਂ ਨਾਲ ਜੇ ਧੱਕਾ ਹੋਇਆ ਜਾਂ ਉਹਨਾਂ ਨਾਲ ਇੱਕ ਤਰ੍ਹਾਂ ਤੋਂ ਧੋਖਾ ਦੇ ਠੱਗੀ ਵੱਜੀ ਹੈ, ਤਾਂ ਉਸ ਚੀਜ਼ ਦਾ ਜਿਹੜਾ ਉਹਨਾਂ ਨੂੰ ਵਿਕਟਮ ਦੇ ਤੌਰ ਤੇ ਦੇਖਿਆ ਜਾਣਾ ਚਾਹੀਦਾ। ਸਭ ਤੋਂ ਵੱਡੀ ਗੱਲ ਅੰਮ੍ਰਿਤ, ਜਿਹੜੀ ਖੁਸ਼ੀ ਵਾਲੀ ਗੱਲ ਹੈ ਵੀ ਇੱਕ ਤਾਂ ਇਸ ਗੱਲ ਦਾ ਰੌਲਾ ਪੈ ਗਿਆ, ਹਰ ਕੋਈ ਇਸ ਇਸ਼ੂ ਤੋਂ ਜਾਣੂ ਹੈ। ਇੰਡੀਅਨ ਐਕਸਟਰਨਲ ਅਫੇਅਰਸ ਮਿਨਿਸਟਰ ਜੈ ਸ਼ੰਕਰ ਦੀ ਵੀ ਸਟੇਟਮੈਂਟ ਆ ਗਈ ਹੈ, PM ਦੀ ਵੀ ਸਟੇਟਮੈਂਟ ਆ ਚੁੱਕੀ ਹੈ, ਪੰਜਾਬ ਸਰਕਾਰ ਕੁਲਦੀਪ ਧਾਲੀਵਾਲ ਵੀ ਇਸ ਉੱਤੇ ਬੋਲ ਚੁੱਕੇ, ਜਗਮੀਤ ਸਿੰਘ ਬੋਲ ਚੁੱਕੇ ਨੇ, ਤੇ ਲੀਡਰ ਆਫ ਆਪੋਜੀਸ਼ਨ ਉਹ ਵੀ ਬੋਲ ਚੁੱਕੇ ਨੇ। ਤਾਂ ਸਭ ਤੋਂ ਵੱਡੀ ਗੱਲ ਹੈ ਵੀ ਇਸ਼ੂ ਹਾਈਐਸਟ ਲੈਵਲ ਤੇ ਰੇਜ਼ ਹੋ ਗਿਆ, ਤੇ ਜਿਹੜਾ ਹਾਊਸ ਕਮੇਟੀ ਨੇ ਕੱਲ ਪਾਸ ਕੀਤਾ, ਉਹਨਾਂ ਨੇ ਕਾਲ ਕੀਤਾ ਵੀ ਜਿਹੜੀ ਕੈਨੇਡੀਅਨ ਬਾਰਡਰ ਸਿਕਿਉਰਿਟੀ ਏਜੰਸੀ ਹੈ ਉਹਨਾਂ ਨੂੰ ਅਸੀਂ ਕਹਿ ਰਹੇ ਹਾਂ ਵੀ ਤੁਸੀਂ ਡਿਪੋਰਟੇਸ਼ਨ ਦਾ ਜਿਹੜਾ ਪ੍ਰੋਸੈਸ ਹੈ ਇਮੀਡੀਏਟਲੀ ਰੋਕੋ। ਉਹ ਇਮੀਡੀਏਟਲੀ ਰੁਕਦਾ ਨਹੀਂ ਰੁਕਦਾ ਉਹ ਗੱਲ ਵੱਖਰੀ ਹੈ, ਪਰ ਜਿਹੜੀ ਹੈਗੀ ਅਵੇਅਰਨੈਸ ਹੈ, ਜਿਹੜੀ ਗੱਲ ਹੈ, ਜਿਹੜੀ ਐਕਸ਼ਨ ਹੈ, ਉਹ ਤਾਂ ਹੋ ਗਿਆ ਨਾ, ਬੱਚਿਆਂ ਦੀ ਆਸ ਵੱਧ ਜਾਂਦੀ ਇਸ ਨਾਲ। ਬਿਲਕੁਲ, ਤਾਂ ਕਿਉਂਕਿ ਹੁਣ ਇਸ ਵੇਲੇ ਦੀ ਸਥਿਤੀ ਜਿਹੜੀ ਇਹ ਹੈ ਕਿ ਇਸ ਵੇਲੇ ਮਿਸਿਸਾਗਾ ਦੇ 에ਅਰਪੋਰਟ ਰੋਡ ਤੇ ਜਿਹੜੇ ਇਹ ਸਟੂਡੈਂਟਸ ਨੇ ਉਹ ਪ੍ਰਦਰਸ਼ਨ ਕਰ ਰਹੇ ਨੇ। ਇੱਕ ਹਫ਼ਤੇ ਤੋਂ ਉੱਪਰ ਇਹਨਾਂ ਦੇ ਪ੍ਰਦਰਸ਼ਨ ਨੂੰ ਸਮਾਂ ਹੋ ਗਿਆ, ਸ਼ਾਂਤਮਈ ਢੰਗ ਦੇ ਨਾਲ ਇਹਨਾਂ ਦਾ ਪ੍ਰਦਰਸ਼ਨ ਹੋ ਰਿਹਾ ਹੈ, ਪਰ ਆਉਣ ਵਾਲੇ ਸਮੇਂ ਦੇ ਵਿੱਚ ਅੰਦੋਲਨ ਬਣਨ ਦੇ ਵੀ ਆਸਾਰ ਨੇ ਇਸ ਪ੍ਰਦਰਸ਼ਨ ਦੇ, ਜੇਕਰ ਕੋਈ ਹੱਲ ਇਸ ਮਸਲੇ ਦਾ ਨਹੀਂ ਹੁੰਦਾ। ਬਹੁਤ ਸਾਰੇ ਸਟੂਡੈਂਟਸ ਨੇ ਜਿਨ੍ਹਾਂ ਦੀਆਂ ਟਿਕਟਸ ਬੁੱਕ ਨੇ, ਇੱਕ ਸਟੂਡੈਂਟ ਹੈ ਲਵਦੀਪ ਨਾਮ ਦਾ, ਜਿਸ ਦੀ 13 ਤਰੀਕ ਦੀ ਫਲਾਈਟ ਬੁੱਕ ਕਰ ਦਿੱਤੀ ਹੋਈ ਹੈ ਵਾਪਸੀ ਦੀ, ਕਿ ਤੁਸੀਂ ਭਾਰਤ ਵਾਪਸ ਜਾ ਰਹੇ ਹੋ। ਹੁਣ 13 ਤਰੀਕ ਦੇ ਵਿੱਚ ਜ਼ਿਆਦਾ ਸਮਾਂ ਨਹੀਂ ਬਚਿਆ, ਉਸ ਨੂੰ ਹੋਲਡ ਕੀਤਾ ਜਾਂਦਾ ਹੈ, ਰੋਕਿਆ ਜਾਂਦਾ ਹੈ, ਜਾਂ ਫਿਰ ਲਵਦੀਪ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਉਹਨਾਂ ਨੂੰ ਵਾਪਸ ਜਾਣਾ ਪਵੇਗਾ। ਤਾਂ ਇਹਦੇ ਸਰਕਮਸਟੈਂਸਸ ਕਿਸ ਤਰ੍ਹਾਂ ਦੇ ਹੁੰਦੇ ਨੇ, ਮਸਲਾ ਤੁਹਾਨੂੰ ਸਾਰਿਆਂ ਨੂੰ ਵੈਸੇ ਪਤਾ ਹੋਵੇਗਾ, ਪਰ ਮੋਟਾ-ਮੋਟਾ ਅਸੀਂ ਦੱਸ ਦਿੰਦੇ ਹਾਂ ਕਿ ਇਹ ਸਾਰੇ ਸਟੂਡੈਂਟਸ ਜਿਹੜੇ ਨੇ ਉਹ ਬੈਚ 2017 ਤੇ 18 ਦਾ ਹੀ ਹੈ, ਜ਼ਿਆਦਾਤਰ ਜਿਹੜੇ ਇੱਥੇ ਆਏ ਸੀ। ਇਸ ਸਾਰੇ ਘਟਨਾਕ੍ਰਮ ਦੇ ਵਿੱਚ ਜੇ ਕੋਈ ਜ਼ਿੰਮੇਵਾਰ ਹੈ ਉਹ ਹੈ ਬ੍ਰਿਜੇਸ਼ ਸ਼ਰਮਾ, ਉਹ ਏਜੰਟ ਜਿਸ ਦੇ ਉੱਪਰ ਭਰੋਸਾ ਕਰਕੇ ਇਹਨਾਂ ਸਟੂਡੈਂਟਸ ਨੇ ਆਪਣੀਆਂ ਫਾਈਲਸ ਲਗਾਈਆਂ। ਔਰ ਇਸ ਵੇਲੇ ਜਿਹੜੇ ਲੋਕ ਇਹ ਕਹਿ ਰਹੇ ਨੇ ਕਿ ਸਟੂਡੈਂਟਸ ਦੀ ਗਲਤੀ ਹੈ, ਸਟੂਡੈਂਟਸ ਦੀ ਗਲਤੀ ਹੈ, ਤਾਂ ਸਟੂਡੈਂਟਸ ਦੀ ਗਲਤੀ ਇੰਨੀ ਜ਼ਰੂਰ ਹੋ ਸਕਦੀ ਹੈ ਕਿ ਅਸੀਂ ਸ਼ਾਇਦ ਇਹ ਸੋਚ ਲੈਂਦੇ ਹਾਂ ਕਿ ਜਦੋਂ 20-25 ਲੱਖ ਰੁਪਇਆ ਅਸੀਂ ਕਿਸੇ ਨੂੰ ਦੇ ਦਿੱਤਾ ਤੇ ਕੋਈ ਅਸੀਂ ਅਕਸਰ ਸੁਣਦੇ ਹਾਂ ਕਿ ਗਲਫ ਕੰਟਰੀਜ਼ ਦੇ ਵਿੱਚ ਲੋਕ ਜਾਂਦੇ ਨੇ, ਛੋਟੀਆਂ ਕੰਟਰੀਜ਼ ਦੇ ਵਿੱਚ ਜਾਂਦੇ ਨੇ, ਉੱਥੋਂ ਇਦਾਂ ਦੇ ਕੇਸਿਸ ਬਹੁਤ ਸਾਹਮਣੇ ਆਉਂਦੇ ਨੇ ਪੰਜਾਬ ਦੇ ਵਿੱਚ, ਕੀ ਭੇਜਣਾ ਸੀ ਉੱਥੇ ਕਿਸੇ ਦੀ ਕੇਅਰ ਕਰਨ ਵਾਸਤੇ ਤੇ ਉੱਥੇ ਸਲੇਵਰੀ ਦੇ ਕੰਮ ਦੇ ਵਿੱਚ ਪਾ ਦਿੱਤਾ। ਪਰ ਸ਼ੁਕਰਮਨ ਜਦੋਂ ਤੁਸੀਂ ਓਰੀਜਨਲ ਡਾਕੂਮੈਂਟਸ ਦਿੱਤੇ ਹੋਣ ਆਪਣੇ, ਔਰ ਜਦੋਂ ਤੁਹਾਨੂੰ ਆਫਰ ਲੈਟਰ ਆਇਆ ਹੋਵੇ, ਮੈਨੂੰ ਨਹੀਂ ਲੱਗਦਾ ਕਿ ਅਸੀਂ ਕਦੇ ਵੀ ਕਿਸੇ ਨੇ ਵੀ ਬੱਚੇ ਨੇ ਆਪਣਾ ਆਫਰ ਲੈਟਰ ਵਰਡ ਟੂ ਵਰਡ ਪੜਿਆ ਹੋਵੇਗਾ। ਉਹ ਇਹੀ ਬੜੀ ਖੁਸ਼ੀ ਦੀ ਗੱਲ ਹੁੰਦੀ ਕਿ ਆਫਰ ਲੈਟਰ ਆ ਗਿਆ। ਜੀ ਬਿਲਕੁਲ ਅਮਰਿਤ, ਦੇਖੋ ਪਹਿਲੀ ਸਟੇਜ ਤੇ ਹੋ ਜੇ ਜਾਂ ਜਦੋਂ ਤੁਸੀਂ ਆਉਣਾ ਹੈ ਉਦੋਂ ਹੋ ਜੇ, ਜਾਂ ਤਾਂ ਤੁਸੀਂ ਫੇਰ ਤਾਂ ਗੱਲ ਸਮਝ ਆਉਂਦੀ ਹੈ ਵੀ ਤੁਸੀਂ ਇੱਕ ਕੰਟਰੀ 'ਚ ਆਏ ਹੋ, ਵੈਲਿਡ ਵੀਜ਼ਾ ਦੇ ਤੌਰ ਤੇ ਆਏ ਹੋ, ਫਿਰ ਤੁਹਾਡੀ ਡਾਕੂਮੈਂਟੇਸ਼ਨ ਅੱਗੇ ਹੁੰਦੀ ਹੈ ਵਰਕ ਪਰਮਿਟ ਵਾਲੀ, ਜਾਂ ਉਸ ਤੋਂ ਪਹਿਲਾਂ ਜਿਹੜਾ ਸਟੂਡੈਂਟ ਵਾਲਾ ਥੋੜਾ ਦੌਰ ਚੱਲ ਰਿਹਾ ਉਦੋਂ ਵੀ ਕੋਈ ਇਤਰਾਜ਼ ਨਹੀਂ। ਬਟ ਜਦੋਂ ਤੁਸੀਂ ਫਾਈਨਲੀ ਇੱਕ ਉਸ ਲੈਵਲ ਅਪ ਹੋ ਰਹੇ ਹੋ ਪਰਮਨੈਂਟ ਰੈਜ਼ੀਡੈਂਸੀ ਦੇ, ਉਦੋਂ ਆ ਕੇ ਤੁਹਾਨੂੰ ਇੰਨਾ ਵੱਡਾ ਝਟਕਾ ਮਿਲੇ, ਤਾਂ ਸਭ ਤੋਂ ਵੱਡੀ ਗੱਲ ਤਾਂ ਤੁਸੀਂ 5 ਸਾਲ ਜਿਹੜੇ ਆਪਦੀ ਇੰਨੀ ਸਟਰਗਲ ਕੀਤੀ ਹੁੰਦੀ ਹੈ, ਔਕ-ਸੌਕ ਝੱਲੀ ਹੁੰਦੀ ਹੈ, ਘੱਟ ਪੈਸਿਆਂ ਤੇ ਵੱਧ ਕੰਮ ਕਰਨਾ, ਜ਼ਿਆਦਾ ਘੰਟੇ ਕਰਨਾ ਹੈਗਾ, ਹਨਾ। ਸਭ ਨੂੰ ਪਤਾ ਵੀ ਕਿਵੇਂ ਇੱਥੇ ਸਟੂਡੈਂਟਸ ਆ ਕੇ ਔਕ-ਸੌਕ 'ਚ ਰਹਿੰਦੇ ਨੇ, ਜੂਝਦੇ ਨੇ, ਜਿਹੜੀ ਕਈ ਵਾਰ ਰੋਟੀ ਵੀ ਨਸੀਬ ਨਹੀਂ ਹੁੰਦੀ ਹੈਗੀ ਇੰਨਾ ਕੰਮ ਕਰਨ ਤੋਂ ਬਾਵਜੂਦ ਵੀ, ਹਨਾ। ਹੈਂਡ ਟੂ ਮਾਊਥ ਹੁੰਦਾ ਕਿਉਂਕਿ ਖਰਚੇ ਪੂਰੇ ਨਹੀਂ ਹੁੰਦੇ, ਤੁਸੀਂ ਪਿੱਛੇ ਵੀ ਘਰੇ ਪੈਸੇ ਵੀ ਭੇਜਣੇ ਆ, ਇੱਥੇ ਦੇ ਵੀ ਖਰਚੇ ਰੱਖਣੇ ਆ, ਫੀਸ ਵੀ ਕੱਢਣੀ ਹੈ। ਤੇ ਸਭ ਤੋਂ ਦੇਖੋ ਉਸੇ ਜਦੋਂ ਉਸ ਸਾਰੀ ਚੀਜ਼ ਨੂੰ ਆਪਾਂ ਦੇਖਦੇ ਹਾਂ ਤੇ ਇਹ ਜਿਹੇ ਡਿਸੀਜਨ ਜਿਵੇਂ ਹੁਣ ਉਹ ਧਰਨੇ ਤੇ ਬੈਠੇ ਆ, ਕਿਸ ਤਰ੍ਹਾਂ ਦੇ ਦੌਰ ਤੋਂ, ਕਿਉਂਕਿ ਹੁਣ ਤਾਂ ਇਸ ਤੋਂ ਇਲਾਵਾ ਹੈ ਹੀ ਨਹੀਂ। ਕਰਮਜੀਤ ਕੌਰ ਦਾ ਕੇਸ ਆਪਾਂ ਲੈ ਲਈਏ ਐਡਮਿੰਟਨ ਦਾ, ਉਹਨੂੰ ਵੀ ਟਿਕਟ ਬੁੱਕ ਕਰ ਦਿੱਤੀ ਸੀ, ਬਟ ਉਹਦੇ ਕੇਸ 'ਚ ਹੁਣ ਸਟੇ ਹੋਈ ਹੈ। ਉਹ ਸਟੇ ਇਸ ਗੱਲ ਤੇ ਹੋਈ ਹੈ ਵੀ ਉਹਨਾਂ ਨੂੰ ਪਿੱਛੇ ਜੇ ਉਹ ਜਾਂਦੇ ਨੇ ਖਤਰਾ ਹੈ, ਉਹਨਾਂ ਨੂੰ ਉੱਥੇ ਖਤਰਾ ਹੈਗਾ, ਸਿਕਿਉਰਿਟੀ ਇਸ਼ੂਜ਼ ਨੇ, ਕਿਉਂਕਿ ਜਿਹੜਾ ਇਹ ਏਜੰਟ ਹੈਗੇ ਬ੍ਰਿਜੇਸ਼ ਮਿਸ਼ਰਾ, ਉਹਨਾਂ ਨੇ ਪਲੀ ਲਈ ਹੈ ਕੋਟ ਐਂਡ ਕੋਟ ਵੀ ਮੇਰੇ ਉੱਤੇ ਉਹ ਐਸਿਡ ਸਿੱਟ ਸਕਦੇ ਨੇ, ਮੈਨੂੰ ਹਾਰਮ ਕਰ ਸਕਦੇ ਨੇ, ਮੇਰੇ ਬ੍ਰਦਰ ਨੂੰ ਵੀ ਕੁੱਟਮਾਰ ਕੀਤੀ ਗਈ ਹੈ ਵੀ ਥੋੜੇ ਦਿਨ ਪਹਿਲਾਂ, ਕਿਉਂਕਿ ਉਹਨਾਂ ਦਾ ਨਾਮ ਆਇਆ ਹੈਗਾ, ਉਹ ਨਾਮ ਇੰਨਾ ਬ੍ਰਿਜੇਸ਼ ਮਿਸ਼ਰਾ ਦਾ ਉਛਲ ਗਿਆ ਸਾਰੇ ਕਿਤੇ, ਉਹ ਆ ਗਿਆ ਵੀ ਉਹਨਾਂ ਨੇ ਠੱਗੀ ਕੀਤੀ ਹੈ, ਉਹਦੇ ਕਰਕੇ ਬੱਚੇ ਸਫਰ ਕਰ ਰਹੇ ਹੈਗੇ ਨੇ। ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਕਰਮਜੀਤ ਦੇ ਭਰਾ ਦੇ ਉੱਤੇ ਵੀ ਹਮਲਾ ਕੀਤਾ ਗਿਆ। ਇਸ ਤਰ੍ਹਾਂ ਦੀ ਉਹਨਾਂ ਨੇ ਪਲੀ ਲਿੱਤੀ ਹੈ, ਤੇ ਜਿਸ ਤੋਂ ਬਾਅਦ ਹੁਣ 6 ਮਹੀਨੇ ਤੱਕ ਦੀ ਸਟੇ ਮਿਲੀ ਹੈਗੀ ਹੈ। ਤਾਂ ਜਿਵੇਂ ਤੁਸੀਂ ਇੱਕ ਹੋਰ ਕੇਸ ਦੀ ਗੱਲ ਕਰ ਰਹੇ ਹੋ, ਸ਼ਾਇਦ ਉਹਨਾਂ ਨੂੰ ਜੇ ਉਹ ਇਹ ਰਾਹ ਫੜਦੇ ਨੇ ਤਾਂ ਕੀ ਉਹਨਾਂ ਨੂੰ ਵੀ ਸਟੇ ਮਿਲ ਸਕਦੀ ਹੈ, ਇਹ ਹੋ ਸਕਦਾ ਹੈ। ਬਟ ਲਾਰਜਰ ਇਸ਼ੂ ਇਹ ਹੈ ਵੀ ਹਜੇ ਤੱਕ ਜਿਹੜੀ ਉਹਨਾਂ ਦੇ ਉੱਤੇ ਸਿਰ ਦੇ ਉੱਤੇ ਤਲਵਾਰ ਲਮਕ ਰਹੀ ਹੈ, ਉਹਦਾ ਹੱਲ ਕੀ ਹੈ? ਕਿਉਂਕਿ ਸਵਾਲ ਇਹੀ ਹੈ, ਜਿਹੜੇ ਧਰਨੇ ਤੇ ਬੈਠੇ ਨੇ, ਜਿਹੜੇ ਪ੍ਰਦਰਸ਼ਨ ਕਰ
ਰਹੇ ਨੇ, ਜਿਹੜੇ ਕੰਮਾਂ ਤੇ ਨਹੀਂ ਜਾ ਰਹੇ, ਘਰ ਦਾ ਕਿਰਾਇਆ ਦੇਣਾ ਹੀ ਪੈਣਾ ਹੈ, ਗਰੋਸਰੀ ਲਿਆਉਣੀ ਪੈਣੀ ਹੈ, ਜਿਹੜੇ ਇੱਥੇ ਦੇ ਟੈਕਸ ਹੁੰਦੇ ਨੇ ਉਹ ਦੇਣੇ ਹੀ ਪੈਣੇ ਨੇ, ਪਰ ਉਹ ਕੌਣ ਦੇਵੇਗਾ, ਉਹ ਕੌਣ ਭਰੇਗਾ? ਸਵਾਲ ਇਹ ਵੱਡਾ ਉੱਠਦਾ ਹੈ ਕਿ ਇੰਨੀ ਵੱਡੀ ਨੈਗਲੀਜੈਂਸ ਹੋ ਗਈ। ਅੱਜ ਜਿਹੜੇ ਆਫਰ ਲੈਟਰ ਫੇਕ ਆ ਰਹੇ ਨੇ, IRCC ਨੂੰ ਉਸ ਵੇਲੇ ਕਿਉਂ ਨਹੀਂ ਪਤਾ ਲੱਗਾ ਜਦੋਂ ਵੀਜ਼ਾ ਜਾਰੀ ਕੀਤਾ ਗਿਆ? ਇੱਕ ਨਹੀਂ ਹੈ, ਦੋ ਨਹੀਂ ਹੈ, 700 ਤੋਂ ਵੱਧ ਵੀ ਇਹ ਨੰਬਰ ਹੋ ਸਕਦਾ ਹੈ। ਪਰ ਸਵਾਲ ਇੱਥੇ ਖੜਾ ਹੋ ਸਕਦਾ ਹੈ, ਇਹ ਸਵਾਲ ਖੜਾ ਹੁੰਦਾ ਜਿਹੜਾ ਇਸ ਵੇਲੇ ਹਰ ਕਿਸੇ ਦੇ ਦਿਮਾਗ ਦੇ ਵਿੱਚ ਹੈ, ਚਾਹੇ ਕੋਈ ਅਨਪੜ੍ਹ ਹੈ, ਚਾਹੇ ਕੋਈ ਬਹੁਤ ਪੜ੍ਹਿਆ ਲਿਖਿਆ, ਚਾਹੇ ਕੋਈ ਵਕੀਲ ਹੈ, ਚਾਹੇ ਕੋਈ ਡਾਕਟਰ ਹੈ, ਹਰ ਕੋਈ ਇਹ ਕਹਿ ਰਿਹਾ ਕਿ ਚਲੋ ਠੀਕ ਹੈ, ਏਜੰਟਾਂ ਦਾ ਕੰਮ ਹੁੰਦਾ ਹੈ ਧੋਖਾਧੜੀ ਕਰਨਾ, ਕੋਈ ਨਵਾਂ ਮਾਮਲਾ ਨਹੀਂ ਹੈ। ਸਟੂਡੈਂਟ ਨੇ ਵੀ ਚਲੋ ਖੁਸ਼ੀ ਦੇ ਵਿੱਚ ਧਿਆਨ ਨਹੀਂ ਦਿੱਤਾ ਕਿ ਸਾਡੇ ਆਫਰ ਲੈਟਰ ਤੇ ਕੀ ਹੈ, ਸਟੈਂਪ ਲੱਗੀ ਸੀ, ਉਹਨਾਂ ਨੇ ਮੰਨਿਆ ਕਿ ਕਾਲਜ ਦਾ ਅਸਲੀ ਲੈਟਰ ਹੈ। IRCC ਕਿੱਥੇ ਸੀ? ਚਲੋ ਵੀਜ਼ਾ ਜਾਰੀ ਕਰ ਦਿੱਤੇ, ਸ਼ੁਕਰਮਨ, ਉਹ ਵੀ ਗੱਲ ਨਹੀਂ ਸੀ। ਇੱਥੇ ਆ ਕੇ ਤੁਹਾਨੂੰ ਪਤਾ ਹੈ ਕਿ ਕਿੰਨੀ ਵੱਡੀ ਲੰਬੀ ਚੌੜੀ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਚੋਂ ਲੰਘਣਾ ਪੈਂਦਾ ਹੈ। ਜ਼ਰਾ ਜਿਹਾ ਵੀ ਸ਼ੱਕ ਹੁੰਦਾ ਹੈ, ਉੱਥੇ ਬਿਠਾ ਲਿਆ ਜਾਂਦਾ ਹੈ ਕਿ 700 ਸਟੂਡੈਂਟ ਜਦੋਂ ਆਇਆ, ਕਿਸੇ IRCC ਵਰਕਰ ਨੂੰ ਪਤਾ ਨਹੀਂ ਲੱਗਾ, ਕਿਸੇ EMPLOYE ਨੂੰ ਪਤਾ ਨਹੀਂ ਲੱਗਾ ਕਿ there is something wrong in the papers। ਜੀ ਬਿਲਕੁਲ, ਇਹੀ ਤਾਂ ਸਵਾਲ ਹੈ ਵੀ ਤੁਹਾਨੂੰ ਇਨੀਸ਼ੀਅਲ ਸਟੈਪਸ ਤੇ ਨਹੀਂ ਜੇ ਪਤਾ ਲੱਗਿਆ ਵੀ ਜੇ ਤੁਹਾਨੂੰ ਉੱਥੇ ਤੁਸੀਂ ਕੋਈ ਲੂਪ ਹੋਲ ਜਾਂ ਗਲਤੀ ਨਹੀਂ ਕੱਢ ਸਕੇ, ਤੇ ਜਦੋਂ ਇੰਨੇ ਸਾਲ ਬਤਾਉਣ ਤੋਂ ਬਾਅਦ ਜਦੋਂ ਬੱਚਾ ਆਪਦੇ ਲੈਵਲ ਤੇ ਟੈਕਸ ਵੀ ਦੇ ਰਿਹਾ ਹੈ, ਇਕਨੋਮੀ 'ਚ ਕੰਟਰੀਬਿਊਟ ਵੀ ਕਰ ਰਿਹਾ ਹੈਗਾ, ਤੇ ਉਹਦੇ ਨਾਲ ਕਿੰਨੇ ਹੀ ਬੰਦੇ ਨੇ ਇਹਨੂੰ ਆਪਾਂ ਕਹਿ ਸਕਦੇ ਕਿ ਇਕਨੋਮਿਕ ਡੋਜ਼ ਹੈ ਇਹ, ਕਿਉਂਕਿ ਇੱਥੇ ਇਮੀਗ੍ਰੇਸ਼ਨ ਦੇ ਉੱਤੇ ਕਿੰਨੀ ਜ਼ਿਆਦਾ ਇਕਨੋਮੀ ਕੈਨੇਡਾ ਦੀ ਡਿਪੈਂਡੈਂਟ ਹੈ। ਬਿਲੀਅਨ ਡਾਲਰਸ ਇੱਥੇ ਆਉਂਦੇ ਨੇ ਫੀਸਾਂ ਰਾਹੀਂ, ਤੇ ਉਸ ਤੋਂ ਬਾਅਦ ਲੇਬਰ ਵੀ ਮਿਲਦੀ ਹੈ ਤੁਹਾਨੂੰ, ਵਰਕਰਸ ਮਿਲਦੇ ਨੇ, ਉਹ ਕੰਮ ਕਰਦੇ ਨੇ ਤੇ ਚੀਪ ਰੇਟਸ ਤੇ ਕੰਮ ਕਰਦੇ ਹੈਗੇ ਨੇ, ਤੇ ਕਿੰਨਾ ਕੁਝ ਉਹਨਾਂ ਤੇ ਡਿਪੈਂਡੈਂਟ ਹੈਗਾ। ਤੇ ਜੇ ਉਹਨਾਂ ਨਾਲ ਧੱਕਾ ਹੋਇਆ ਤਾਂ ਜ਼ਰੂਰ ਉਹ ਚੀਜ਼ ਦੇਖਣੀ ਚਾਹੀਦੀ ਹੈ। ਇਸ ਦੇ ਨਾਲ ਅੰਮ੍ਰਿਤ ਜੋ ਕੈਨੇਡਾ 'ਚ ਹੋ ਰਿਹਾ ਉਹ ਹੋ ਰਿਹਾ, ਪਰ ਜੇ ਆਪਾਂ ਪਿੱਛੇ ਝਾਤ ਮਾਰੀਏ ਪੰਜਾਬ ਵੱਲ, ਕਿੰਨੇ ਸਾਲਾਂ ਤੋਂ ਆਪਾਂ ਇਹੀ ਕਹਾਣੀਆਂ ਸੁਣਦੇ ਆ ਰਹੇ ਹਾਂ। ਕਿੰਨੇ ਸਾਲ ਹੋ ਗਏ ਹੈਗੇ ਆ ਵੀ ਏਜੰਟ ਹੁੰਦਾ, ਵੱਧ ਪੈਸੇ ਮੰਗ ਲੈਂਦਾ ਹੈ, ਜਾਲੀ ਧੋਖਾਧੜੀ ਕਰ ਦਿੰਦਾ ਹੈਗਾ, ਪਰ ਇਸ ਚੀਜ਼ ਉੱਤੇ ਕਦੇ ਕਿਸੇ ਨੇ ਕੋਈ ਨੱਥ ਹੀ ਨਹੀਂ ਪਾਈ ਹੈਗੀ। ਉਹੀ ਖਾਨਾ ਪੂਰਤੀ ਜੀ ਵਾਲੀ ਇੱਕ ਕਾਰਵਾਈ ਕਰ ਦਿੰਦੇ ਨੇ ਏਜੰਟਾਂ ਦੇ ਉੱਤੇ, ਥੋੜੀ ਜਿਹੀ ਮੁਹਿੰਮ ਚੱਲ ਜਾਂਦੀ ਹੈ 2 ਦਿਨ, ਉਹ ਉਸ ਤਰੀਕੇ ਨਾਲ ਬਾਹਰ ਕਿਸੇ ਨੇ ਕੋਈ ਸਿਸਟਮ ਬਣਾਇਆ। ਕੋਈ ਸਰਕਾਰ ਹੋਵੇ, ਕੋਈ ਪਰਟੀਕੂਲਰ ਪਾਰਟੀ ਦੀ ਗੱਲ ਨਹੀਂ ਕਰਦੇ ਹੈਗੇ, ਅਫਸਰਸ਼ਾਹੀ ਤਾਂ ਉਹੀ ਅਫਸਰਸ਼ਾਹੀ ਨੂੰ ਦਿਖਦਾ ਨਹੀਂ, ਪੁਲਿਸ ਨੂੰ ਦਿਖਦਾ ਨਹੀਂ ਵੀ ਕਿਵੇਂ ਸਾਡੇ ਬੱਚਿਆਂ ਨੂੰ ਐਕਸਪਲੋਇਟ ਕੀਤਾ ਜਾ ਰਿਹਾ। ਇੱਕ ਸੈਂਟਰਲਾਈਜ਼ ਸਿਸਟਮ ਹੋਵੇ, ਤੁਹਾਨੂੰ ਪਤਾ ਲੱਗੇ ਵੀ ਹਰੇਕ ਬੱਚਾ ਕਿੰਨੇ ਪੈਸੇ ਦੇ ਰਿਹਾ, ਜੇ ਉਹ ਸਟੂਡੈਂਟ ਵਾਸਤੇ ਜਾ ਰਿਹਾ, ਜੇ ਵਰਕ ਪਰਮਿਟ ਤੇ ਜਾ ਰਿਹਾ, PR ਤੇ ਜਾ ਰਿਹਾ, ਆਨਲਾਈਨ ਕੰਮ ਹੋਵੇ ਉਹ, ਜੇ ਸਰਕਾਰ ਉਹਨੂੰ ਆਪਦੇ ਅਧੀਨ ਕਿਉਂ ਨਹੀਂ ਕਰ ਸਕਦੀ? ਇਦਾਂ ਦਾ ਫੇਅਰ ਸਿਸਟਮ ਬਣਾਵੇ ਕਿ ਏਜੰਟਾਂ ਦੇ ਲੋੜ ਹੀ ਨਾ ਪਵੇ ਏਜੰਟਸ ਦੇ ਵਿੱਚ। ਬਿਲਕੁਲ, ਤੁਸੀਂ ਆਪਦਾ ਇੱਕ ਸਿਸਟਮ ਬਣਾ ਲਓ ਸੈਂਟਰਲਾਈਜ਼ਡ, ਤੁਸੀਂ ਆਪਦੇ ਅਕੋਰਡਿੰਗ ਲਾਅ ਜਿਹੜਾ TDS ਉਹਨੂੰ ਰੱਖਿਆ ਹੋਇਆ ਨਾ, ਔਖਾ ਲਾਅ ਕੀਤਾ ਹੋਇਆ, ਉਹਨੂੰ ਸੌਖਾ ਕਰ ਦਿਓ ਵੀ ਜਿਹੜਾ ਤੁਸੀਂ ਇਹ ਸਰਕਾਰ ਦੇ ਏਜੰਟਸ ਹੈਗੇ ਨੇ, ਇਹੀ ਕੁਆਲੀਫਾਈਡ ਨੇ, ਇਹਨਾਂ ਰਾਹੀਂ ਫਾਈਲ ਲਾਈ ਜਾਵੇ, ਉਹ ਸਾਰਾ ਪ੍ਰੋਸੈਸ ਆਨਲਾਈਨ ਹੋਵੇ। ਕਿੰਨੇ ਫਿਕਸਡ ਕਰੋ ਉਹਦੀ ਫੀ ਕਿੰਨੀ ਹੈ, ਕੋਈ 25 ਲੱਖ ਮੰਗ ਲੈਂਦਾ, ਕੋਈ 30 ਲੱਖ ਮੰਗ ਲੈਂਦਾ, ਕੋਈ 35 ਮੰਗ ਲੈਂਦਾ, ਕੋਈ 50 ਲੈ ਲੈਂਦਾ, ਛਿੱਲ ਲਾਹੀ ਜਾ ਰਹੀ ਹੈ ਲੋਕਾਂ ਦੀ। ਇਹਦਾ ਤਾਂ ਕੋਈ ਹੱਲ ਨਹੀਂ ਨਾ। ਇਹ ਆਪਾਂ ਦੇਖ ਲਓ, ਤੁਸੀਂ ਜਦੋਂ ਤੁਸੀਂ ਪੜ੍ਹਦੇ ਹੋਵੋਗੇ, ਮੈਂ ਪੜ੍ਹਦਾ ਸੀ, ਉਦੋਂ ਦੀਆਂ ਅਸੀਂ ਕਹਾਣੀਆਂ ਸੁਣੇ, ਉਸ ਤੋਂ ਵੀ ਪਹਿਲਾਂ ਦੀਆਂ ਗੱਲਾਂ ਨੇ। ਆਈ ਕਿੰਨੇ ਸਾਲ ਬੀਤ ਚੁੱਕੇ ਨੇ, ਅੱਜ ਤੱਕ ਵੀ ਇਹ ਚੀਜ਼ ਦਾ ਹੱਲ ਨਹੀਂ ਨਿਕਲਿਆ। ਮਤਲਬ ਕਿ ਕਿਤੇ ਨਾ ਕਿਤੇ ਅਫਸਰਸ਼ਾਹੀ ਜਿਹੜੀ ਕੰਸਿਸਟੈਂਟਲੀ ਬੈਠਦੀ ਹੈ, ਚਾਹੇ ਉਹ ਪੁਲਿਸ ਲੌਬੀ ਹੋਵੇ, ਚਾਹੇ ਉਹ ਪੁਲਿਸ ਦੀ ਸਟੇਟ ਦੀ ਆਰਗਨ ਪੁਲਿਸ ਹੋਵੇ, ਬਿਊਰੋਕ੍ਰੇਸੀ ਹੋਵੇ, ਹੋਰ IAS PCS ਅਫਸਰ ਹੋਣ, ਜਿਹੜੇ ਸਾਰੇ ਹੈਗੇ ਉਹ ਜ਼ਿੰਮੇਵਾਰ ਨੇ, ਕਿਉਂਕਿ ਉਹ ਸਿਸਟਮ ਹੀ ਨਹੀਂ ਬਣਾ ਸਕੇ ਇੱਕ ਪ੍ਰੋਪਰ, ਜਿਸ ਦੇ ਰਾਹੀਂ ਪਾਰਦਰਸ਼ਤਾ ਹੋਵੇ, ਟਰਾਂਸਪੇਰੈਂਸੀ ਹੋਵੇ, ਲੋਕਾਂ ਦੀ ਐਕਸਪਲੋਇਟੇਸ਼ਨ ਨਾ ਹੋਵੇ। ਤੁਹਾਡਾ ਆਪਦਾ ਹਿਊਮਨ ਰਿਸੋਰਸ ਹੈ, ਪਹਿਲੀ ਗੱਲ ਤਾਂ ਉਹ ਬਾਹਰ ਜਾ ਰਿਹਾ, ਦੂਜੀ ਗੱਲ ਤੁਸੀਂ ਉੱਥੇ ਸਟੇਟ 'ਚ ਰੋਕਣ ਵਾਸਤੇ ਤੁਹਾਡੇ ਕੋਲ ਕੋਈ ਹੱਲ ਹੈ ਨਹੀਂਗਾ, ਤੇ ਜੇ ਉਹ ਜਾ ਵੀ ਰਿਹਾ ਉਹਦੀ ਤੁਸੀਂ ਛਿੱਲ ਲਹਾ ਰਹੇ ਹੋ ਪੂਰੀ। ਕਿੰਨੇ ਲੈਵਲ ਤੇ ਕਰਪਸ਼ਨ ਹੋ ਰਹੀ ਹੈ, ਇੰਨੇ ਫੇਕ ਏਜੰਟ। ਅੱਜ ਜੇ ਕਿਸੇ ਤੇ ਪਰਚਾ ਹੁੰਦਾ, ਥੋੜੇ ਦਿਨਾਂ ਬਾਅਦ ਜ਼ਮਾਨਤ ਹੋ ਜਾਂਦੀ ਹੈ, ਉਹ ਫਿਰ ਤੋਂ ਆ ਕੇ ਉੱਥੇ ਬਹਿ ਜਾਂਦਾ। ਔਰ ਮੈਨੂੰ ਲੱਗਦਾ ਕਿ ਸ਼ੁਭਕਰਮਨ, ਜੇ ਅੱਜ ਇਹ ਨੰਬਰ ਇੰਨਾ ਵੱਡਾ ਨਾ ਹੁੰਦਾ ਤੇ ਸ਼ਾਇਦ ਇਹ ਮੁੱਦਾ ਵੀ ਅਸੀਂ ਇਸ ਵੇਲੇ ਡਿਸਕਸ ਨਾ ਕਰ ਰਹੇ ਹੁੰਦੇ। ਇਹ ਮੁੱਦਾ ਅੱਜ ਇੰਡੀਆ ਦੇ ਮੀਡੀਆ ਤੋਂ ਲੈ ਕੇ ਦੁਨੀਆ ਦੇ ਵੱਖ-ਵੱਖ TV ਚੈਨਲਸ ਤੇ ਨਾ ਹੁੰਦਾ। ਜੇ ਸ਼ਾਇਦ ਇਹ ਨੰਬਰ 2-4 ਹੁੰਦਾ ਤੇ ਇਹ ਮਾਮਲਾ ਇਸੇ ਤਰ੍ਹਾਂ ਰਫਾ-ਦਫਾ ਹੋ ਜਾਣਾ ਸੀ, ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਸੀ। ਸਵਾਲ ਇੱਥੇ ਸਟੂਡੈਂਟਸ ਦੇ ਨਾਲੋਂ ਉਹਨਾਂ IRCC ਦੇ ਉਹਨਾਂ ਦੇ ਅਧਿਕਾਰੀਆਂ ਦਾ ਹੈ ਕਿ ਪਤਾ ਕੀਤਾ ਜਾਵੇ ਕਿ ਕੌਣ ਅਧਿਕਾਰੀ ਉਸ ਵੇਲੇ ਡਿਊਟੀ ਤੇ ਸੀ। ਇੱਕ ਦੇ ਕੋਲੋਂ ਚਲੋ ਗਲਤੀ ਹੋ ਸਕਦੀ ਹੈ ਕਿ ਅਸੀਂ ਪੇਪਰਸ ਦੇ ਵਿੱਚ ਨਹੀਂ ਧਿਆਨ ਦਿੱਤਾ, 2 ਦੇ ਕੋਲੋਂ ਇੰਨਾ ਵੱਡਾ ਇੱਥੇ ਤਾਮਝਾਮ ਹੁੰਦਾ ਹੈ। ਇਹ ਦੇਸ਼ ਮੰਨੇ ਹੀ ਆਪਣੇ ਸਿਸਟਮ ਦੇ ਲਈ ਚਾਹੁੰਦੇ ਨੇ ਕਿ ਸਿਕਿਉਰਿਟੀ ਸਿਸਟਮ, ਇਹਨਾਂ ਦਾ ਟਰੈਵਲ ਸਿਸਟਮ ਇੰਨਾ ਵਧੀਆ ਹੈ, ਇਹਨਾਂ ਦਾ ਇਮੀਗ੍ਰੇਸ਼ਨ ਸਿਸਟਮ ਇੰਨਾ ਵਧੀਆ ਹੈ। ਬੇਸ਼ੱਕ ਹੁਣ ਇਹ ਮਾਮਲਾ ਪਹੁੰਚ ਗਿਆ ਪਾਰਲੀਮੈਂਟ ਦੇ ਵਿੱਚ, ਵਿਰੋਧੀ ਧਿਰ ਚਾਹੇ ਇਹ ਕਹੋ ਕਿ ਇਹ ਸਿਆਸਤ ਦਾ ਇੱਕ ਫਾਇਦਾ ਵੀ ਜ਼ਰੂਰ ਰਹਿੰਦਾ ਕਿ ਵਿਰੋਧੀ ਧਿਰ ਬੇਸ਼ੱਕ ਸਰਕਾਰ ਦਾ ਵਿਰੋਧ ਕਰ ਰਹੇ ਨੇ, ਪਰ ਉਸ ਦਾ ਫਾਇਦਾ ਇਹਨਾਂ ਸਟੂਡੈਂਟਸ ਨੂੰ ਮਿਲਣ ਦੀ ਆਸ ਹੈ, ਕਿਉਂਕਿ ਮਾਮਲਾ ਹੁਣ ਪਾਰਲੀਮੈਂਟ ਦੇ ਵਿੱਚ ਪਹੁੰਚ ਗਿਆ। ਕੰਜ਼ਰਵੇਟਿਵ ਲੀਡਰਸ ਨੇ ਇਹ ਮਾਮਲਾ ਚੁੱਕਿਆ, ਪੀਅਰ ਪੋਲੀਏਵ ਨੇ ਇਹ ਮਾਮਲਾ ਚੁੱਕਿਆ, ਕਹਿੰਦੇ PR ਉਹਨਾਂ ਨੂੰ ਦਿੱਤੀ ਜਾਵੇ, ਰਾਹ ਪੱਧਰਾ ਕੀਤਾ ਜਾਵੇ। ਜਗਮੀਤ ਸਿੰਘ ਜਿਹੜੇ ਬੇਸ਼ੱਕ NDP ਲੀਡਰ ਨੇ, ਪਰ ਸਰਕਾਰ ਭਾਈਵਾਲ ਉਹਨਾਂ ਦੇ ਕਰਕੇ ਹੀ ਬਣੀ ਹੋਈ ਹੈ, ਲਿਬਰਲ ਸਰਕਾਰ, ਉਹ ਇਸ ਮਾਮਲੇ ਦੇ ਉੱਪਰ ਲਗਾਤਾਰ ਗੱਲ ਕਰ ਰਹੇ ਨੇ।
ਤੇ ਹੁਣ ਇਸ ਵੇਲੇ ਬੇਸ਼ੱਕ ਪ੍ਰਾਈਮ ਮਿਨਿਸਟਰ ਦਾ ਵੀ ਬਿਆਨ ਆ ਗਿਆ ਹੈ, ਉਹ ਕਹਿੰਦੇ ਸਾਡਾ ਮਕਸਦ ਕਲਪ੍ਰਿਟਸ ਨੂੰ ਫੜਨਾ ਹੈ। ਸ਼ੌਨ ਫਰੇਜ਼ਰ ਇਮੀਗ੍ਰੇਸ਼ਨ ਮਿਨਿਸਟਰ ਨੇ, ਉਹ ਕਹਿੰਦੇ ਨੇ ਕਿ ਸਾਡਾ ਮਕਸਦ ਕਲਪ੍ਰਿਟਸ ਨੂੰ ਫੜਨਾ ਹੈ, ਪਰ ਸ਼ਾਇਦ ਅੱਜ ਉਹਨਾਂ ਦੇ ਵੱਲੋਂ ਇਹ ਬਿਆਨ ਨਾ ਦਿੱਤਾ ਜਾਂਦਾ ਜੇ ਇਹਨਾਂ ਪ੍ਰੈਸ਼ਰ ਨਾ ਹੁੰਦਾ ਪਿੱਛੋਂ, ਸ਼ਾਇਦ ਉਹ ਇਹੀ ਕਹਿ ਦਿੰਦੇ ਕਿ ਨਹੀਂ ਇਹ ਸਟੂਡੈਂਟ ਫਰਾਡ ਨੇ। ਜਦੋਂ ਤੱਕ ਧਰਨਾ ਨਹੀਂ ਲੱਗਿਆ, ਇੱਥੇ ਵੀ ਉਹੀ ਗੱਲ ਦੇਖਣ ਨੂੰ ਮਿਲੇ, ਜਦੋਂ ਤੱਕ ਧਰਨਾ ਨਹੀਂ ਲਾਇਆ ਜਾਂਦਾ, ਜਾਮ ਨਹੀਂ ਹੁੰਦਾ, ਪੂਰਾ ਅੱਡੀ ਚੋਟੀ ਦਾ ਜ਼ੋਰ ਨਹੀਂ ਲਾਇਆ ਗਿਆ ਸਟੂਡੈਂਟਸ ਵੱਲੋਂ। ਦੇਖੋ ਅਮਰਿਤ, ਪਹਿਲਾਂ ਤਾਂ ਸਟੂਡੈਂਟਸ ਬੋਲੇ ਹੀ ਨਹੀਂ ਡਰਦੇ, ਉਹਨਾਂ ਨੂੰ ਆਪਣੇ ਫੈਮਿਲੀ ਦਾ, ਆਪਣੇ ਪਰਿਵਾਰ ਦਾ ਵੀ ਪਿੱਛੇ ਨਾ ਕੋਈ ਗੱਲ ਹੋ ਜੇ, ਪਿੰਡ 'ਚ ਨਾ ਬਦਨਾਮੀ ਹੋ ਜੇ, ਜਿਹੜੇ ਸੋਸ਼ਲ ਟੈਬੂ ਹੁੰਦੇ ਨੇ ਉਹਦੇ ਕਰਕੇ ਬਹੁਤ ਸਾਰੇ ਬੱਚੇ ਤਾਂ ਬੋਲੇ ਹੀ ਨਹੀਂ। ਅਸੀਂ ਵੀ ਬਹੁਤ ਵਾਰੀ ਅਪਰੋਚ ਕੀਤੀ ਵੀ ਤੁਸੀਂ ਖੁੱਲ੍ਹ ਕੇ ਆਓ, ਸਾਹਮਣੇ ਬੋਲੋ, ਤੁਹਾਡਾ ਇਸ਼ੂ ਰੇਜ਼ ਹੋਊਗਾ। ਤੇ ਜਦੋਂ ਤੱਕ ਜਿਸ ਬੰਦੇ ਨੂੰ ਟਿਕਟ ਨਾ ਬੁੱਕ ਕੀਤੀ ਹੋਵੇ ਉਸ ਤੋਂ ਇਲਾਵਾ ਬਹੁਤ ਘੱਟ ਬੰਦੇ ਬੋਲੇ। ਜਦੋਂ ਕੋਈ ਰਾਹ ਹੀ ਨਹੀਂ ਦਿਖਿਆ ਉਹਨਾਂ ਨੂੰ, ਤੇ ਇੱਥੇ ਆ ਕੇ ਵੀ ਧਰਨਾ ਲਾਉਣਾ ਪਿਆ, ਹਨਾ, ਗੁਰਦੁਆਰਿਆਂ ਦਾ ਸਹਾਰਾ ਲੈਣਾ ਪਿਆ, ਕਿੱਥੇ ਕਿੱਥੇ ਨਹੀਂ ਗਏ ਇਹ ਹੈਗੇ, ਤੇ ਉਸ ਤੋਂ ਬਾਅਦ ਜਾ ਕੇ ਕਿਤੇ ਇਹਨਾਂ ਦੀ ਸੁਣਵਾਈ ਹੋਈ ਹੈ। ਹੁਣ ਇਹ ਲਗਾਤਾਰ ਬੈਠੇ ਆ, ਧਰਨੇ ਮੁਜ਼ਾਹਰੇ ਕਰ ਰਹੇ ਆ, ਤਾਂ ਜਾ ਕੇ ਸੁਣਿਆ ਜਾ ਰਿਹਾ ਹੈਗਾ, ਤਾਂ ਜਾ ਕੇ ਸਟੇਟਮੈਂਟ ਸਾਰੀਆਂ ਹੈਗੀਆਂ ਨੇ। ਇਹ ਤਾਂ ਇਹ ਗੱਲ ਕਹਿ ਸਕਦੇ ਹਾਂ ਆਪਾਂ, ਇੱਕ ਚੰਗੀ ਕਿਸਮਤ ਵਾਲੀ ਗੱਲ ਹੈ ਵੀ ਥੋੜੇ ਚਿਰ ਨੂੰ ਚੋਣਾਂ ਨੇ, ਇਹ ਮੁੱਦਾ ਇਸ ਲੈਵਲ ਤੇ ਹਾਈਲਾਈਟ ਹੋ ਗਿਆ, ਤਾਂ ਇਸ ਲੈਵਲ ਦੀ ਇਸ ਨੂੰ ਅਟੈਂਸ਼ਨ ਮਿਲ ਗਈ। ਜੇ ਸ਼ਾਇਦ ਚੋਣਾਂ ਨਾ ਹੁੰਦੀਆਂ ਤਾਂ ਕਿਸੇ ਨੇ ਬੌਦਰ ਵੀ ਨਹੀਂ ਕਰਨਾ ਸੀਗਾ। ਚੋਣਾਂ ਦੋਨੋਂ ਪਾਸੇ ਨੇ, ਦੋਨੋਂ ਪਾਸੇ ਨੇ। ਉੱਥੇ ਵੀ ਇੰਡੀਆ, ਪੰਜਾਬ 'ਚ ਵੀ ਨਵੀਂ ਸਰਕਾਰ ਹੈ, ਉੱਥੇ ਵੀ ਉਹਨਾਂ ਨੇ ਬਦਲਾਅ ਦੀ ਗੱਲ ਕੀਤੀ, ਉਹਨਾਂ ਨੂੰ ਬਦਲਾਅ ਦਿਖਾਉਣਾ ਵੀ ਪੈਣਾ ਹੈਗਾ। ਤੇ ਇੱਥੇ ਸਭ ਤੋਂ ਵੱਡੀ ਗੱਲ ਹੈ ਵੀ ਇਲੈਕਸ਼ਨ ਟਾਈਮਿੰਗ ਹੈ, ਲੀਡਰ ਲੋਕਾਂ ਕੋਲੇ ਆਪ ਜਾ ਰਹੇ ਨੇ। ਜਦੋਂ ਇਲੈਕਸ਼ਨ ਨਹੀਂ ਹੁੰਦਾ, ਲੀਡਰ ਇੱਥੇ ਵੀ ਨਹੀਂ ਮਿਲਦੇ ਹੈਗੇ। ਹਿਊਮੈਨਿਟੇਰੀਅਨ ਗਰਾਊਂਡ ਤੇ ਜੇ ਅਸੀਂ ਦੇਖਿਆ ਜਾਵੇ ਤੇ ਇਹ ਬੜਾ ਵੱਡਾ ਇੱਕ ਫੈਕਟਰ ਹੁੰਦਾ ਹੈ, ਕਿਉਂਕਿ ਜਿਹੜੀ ਇਸ ਵੇਲੇ ਜਿਹੜੇ ਸ਼ਹਿਰ ਤੋਂ ਸਭ ਤੋਂ ਜ਼ਿਆਦਾ ਕੇਸਸ ਨੇ ਉਹ ਮੰਨਿਆ ਪੰਜਾਬੀਆਂ ਦਾ ਗੜ ਜਾਂਦਾ ਹੈ ਬਰੈਂਪਟਨ ਦੇ ਵਿੱਚ, ਤੇ ਆਫ ਕੋਰਸ ਉੱਥੇ ਲੀਡਰ ਵੀ ਜ਼ਿਆਦਾ ਪੰਜਾਬੀ ਨੇ। ਪਰ ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਹਮੇਸ਼ਾ ਇਨਸਾਫ ਲੈਣ ਦੇ ਲਈ, ਜਸਟਿਸ ਲੈਣ ਦੇ ਲਈ ਸੜਕਾਂ ਤੇ ਆਉਣਾ ਪਵੇਗਾ, ਧਰਨੇ ਲਾਉਣੇ ਪੈਣਗੇ? ਕਿਉਂ ਅਸੀਂ ਹਮੇਸ਼ਾ ਆਪਣੇ ਮੁਲਕ ਨੂੰ ਕੋਸਦੇ ਸ਼ੁਕਰਮਨ ਇਹਨਾਂ ਮੁਲਕਾਂ ਦੇ ਵਿੱਚ ਆ ਗਏ? ਕੰਮ ਤਾਂ ਇੱਥੇ ਉਹੀ ਸ਼ੁਰੂ ਹੋ ਗਿਆ, ਇੱਥੇ ਵੀ ਉਹੀ ਕੰਮ ਸ਼ੁਰੂ ਹੋ ਗਿਆ ਕਿ ਇੱਥੇ ਧੋਖਾਧੜੀ ਹੋਣੀ ਸ਼ੁਰੂ ਹੋ ਗਈ, ਇੱਥੇ ਉਹ ਫੇਅਰ ਸਿਸਟਮ ਨਹੀਂ ਰਿਹਾ, ਇੱਥੇ ਧਰਨੇ ਲਾਉਣੇ ਪੈ ਗਏ। ਬਿਲਕੁਲ ਸਹੀ ਗੱਲ ਹੈ। ਇੱਥੇ ਵੀ ਜਿਹੜੀ ਸੁਣਵਾਈ ਹੈ ਜਾਂ ਜਿਸ ਤਰ੍ਹਾਂ ਦਾ ਟ੍ਰੀਟਮੈਂਟ ਇਨੀਸ਼ੀਅਲ ਤੌਰ ਤੇ ਕੀਤਾ ਗਿਆ, ਹੁਣ ਤਾਂ ਜਦੋਂ ਆਪਾਂ ਕਹਿ ਰਹੇ ਸਾਰੀ ਗੱਲ ਸੁਣ ਰਹੇ, ਇਹ 'ਚ ਕੋਈ ਦੋ ਰਾਏ ਨਹੀਂ, ਬਟ ਜਦੋਂ ਇਨੀਸ਼ੀਅਲੀ ਭੱਜਣਾ ਠੈਨੀ ਕਰਨੀ ਪਈ ਹੈਗੀ। ਠੀਕ ਹੈ ਅਮਰਿਤ, ਇੱਕ ਗੱਲ ਜ਼ਰੂਰ ਆਉਂਦੀ ਹੈ ਵੀ ਬੱਚੇ ਪੜ੍ਹੇ ਲਿਖੇ ਨੇ, ਇਹਨਾਂ ਨੂੰ ਵੀ, ਕਿਉਂਕਿ ਹਰ ਕੋਈ ਬੰਦਾ ਕਿਵੇਂ ਨਾ ਕਿਵੇਂ ਇੱਥੇ ਪਹੁੰਚਣਾ ਚਾਹੁੰਦਾ, ਇਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਵੀ ਇਹ ਜਿਹੀਆਂ ਜਿਹੜੀਆਂ ਅਣਗਹਿਲੀਆਂ, ਇਹ ਜਿਹੀਆਂ ਜਿਹੜੀਆਂ ਚੀਜ਼ਾਂ ਉਹਨੂੰ ਪਹਿਲਾਂ ਹੀ ਦੇਖੋ, ਸਟੈਪ 1 ਤੇ ਹੀ ਦੇਖੋ। ਪਰ ਸਭ ਤੋਂ ਵੱਡੀ ਗੱਲ ਤਾਂ ਹੈਗੀ ਹੈ ਵੀ ਪਿੱਛੇ ਜਿਹੜਾ ਸਿਸਟਮ ਹੈ ਉਹ ਰੂਟ ਕਾਜ਼ ਹੈ, ਉਹਨੂੰ ਠੀਕ ਕਰਨ ਵਾਲਾ ਹੈ। ਉਹਦੇ ਉੱਤੇ ਸਭ ਨੂੰ ਪਤਾ ਪ੍ਰੋਬਲਮ ਕੀ ਹੈ, ਆਪਾਂ ਇਲਾਜ ਹੀ ਨਹੀਂ ਕਰ ਰਹੇ, ਆਪਾਂ ਮਨਾ ਹੀ ਕਰਤਾ, ਉਸਦਾ ਹੱਥੀ ਖੜੇ ਕਰ ਲਿਆ, ਇਗਨੋਰ ਹੀ ਕਰਤਾ ਵੀ ਇਹ ਤਾਂ ਪ੍ਰੋਬਲਮ ਹੈਗੀ, ਸਾਡੇ ਤੋਂ ਹੱਲ ਨਹੀਂ ਹੋ ਰਹੀ ਹੈਗੀ, ਸਾਡਾ ਫੇਲੀਅਰ ਹੈ। ਉਹਨੂੰ ਐਡਰੈਸ ਕੀਤਾ ਜਾਵੇ, ਉਹਨੂੰ ਦੇਖਿਆ ਜਾਵੇ ਜਿਹੜੇ ਬੱਚੇ ਪੜ੍ਹੇ ਲਿਖੇ ਹੈਗੇ ਨੇ, ਉਹਨਾਂ ਨੂੰ ਪਤਾ ਹੈ, ਉਹ ਆਪਣੇ ਸਿਸਟਮ ਨੂੰ ਆਪ ਵੀ ਦੇਖਣ। ਇਹੀ ਕਾਰਨ ਹੈ ਕਿ ਸ਼ੁਕਰਮਨ ਇਹ ਵੀ ਗੱਲ ਹਮੇਸ਼ਾ ਕਹੀ ਜਾਂਦੀ ਹੈ, ਜਿਹੜੇ ਸਿਆਣੇ ਨਹੀਂ ਹੈ, ਜਿਹੜੇ ਲੋਕ ਇੱਥੇ ਆਣ ਕੇ ਸਟਰਗਲ ਕਰਦੇ ਨੇ, ਕਹਿੰਦੇ ਤੁਸੀਂ ਬੱਚੇ ਨੂੰ ਇੰਨੀ ਕਾਹਲੀ ਨਾ ਪਾਓ ਕਿ +2 ਤੋਂ ਬਾਹਰ ਭੇਜਣਾ ਹੈ। ਹੁਣ ਤਾਂ ਲੋਕ ਕਹਿੰਦੇ ਨੇ ਕਿ 10th ਤੋਂ ਬਾਅਦ ਵੀ ਅਸੀਂ ਬੱਚਾ ਭੇਜ ਦਈਏ, ਕਿਉਂਕਿ ਆਫ ਕੋਰਸ ਜਿਹੜਾ ਬੱਚਾ 18 ਸਾਲ ਦੀ ਉਮਰ 'ਚ ਆ ਰਿਹਾ ਤੇ ਜਿਹੜਾ 23-24 ਸਾਲ ਦੀ ਉਮਰ 'ਚ ਆ ਰਿਹਾ, ਉਸ ਦੀ ਸਮਝ ਵਿੱਚ ਫਰਕ ਹੁੰਦਾ ਹੈ। ਤੁਸੀਂ +2 ਪਾਸ ਬੱਚੇ ਦੇ ਕੋਲੋਂ ਇੰਨਾ ਕੁਝ ਐਕਸਪੈਕਟ ਨਹੀਂ ਕਰ ਸਕਦੇ ਕਿ ਉਹ ਲੀਗਲ ਡਾਕੂਮੈਂਟਸ ਦੇ ਵਿੱਚ ਬਹੁਤ ਪ੍ਰੋ ਹੋਵੇ, ਪਰ ਆਫ ਕੋਰਸ ਜੋ ਬੱਚਾ ਉੱਥੇ ਗ੍ਰੈਜੂਏਟ ਹੋਵੇਗਾ, ਪੋਸਟ ਗ੍ਰੈਜੂਏਟ ਹੋਵੇਗਾ, ਤਾਂ ਉਸ ਨੂੰ ਸ਼ਾਇਦ ਇਸ ਸਭ ਦੇ ਵਿੱਚੋਂ ਗੁਜ਼ਰਨਾ ਨਹੀਂ ਪਵੇਗਾ। ਬਿਲਕੁਲ, ਪਹਿਲਾਂ ਤਾਂ ਆਪਾਂ ਦੇਖਦੇ ਹੁੰਦੇ ਸੀਗੇ ਵੀ ਨਾਨ ਮੈਡੀਕਲ ਕਰਨਾ ਹੈ, ਹਨਾ, +1 +2 ਦੇ ਅੰਦਰ ਵੀ ਡਿਗਰੀ ਕਰਨੀ ਹੈਗੀ ਆ, IIT ਦੇਣਾ ਹੈ, AIEEE ਦੇਣਾ ਹੈ, ਜਾਂ ਕਿਸ ਨੇ ਕਮਰਸ ਦਾ ਐਗਜ਼ਾਮ ਦੇਣਾ, CA ਦਾ ਐਗਜ਼ਾਮ ਕਰਨਾ, ਬੈਂਕਿੰਗ ਕਰਨੀ ਹੈ। ਬਟ ਇਹ ਤਾਂ ਹੁਣ ਗੱਲਾਂ ਰਹੀਆਂ ਹੀ ਨਹੀਂ ਕਿਤੇ। ਇੱਥੇ ਇੰਨੇ ਪੰਜਾਬ 'ਚ ਕਾਲਜ ਖੁੱਲੇ ਹੋਏ ਨੇ, ਵੇਕੈਂਟ ਨੇ, ਸੀਟਾਂ ਵੇਕੈਂਟ ਨੇ। 5.5 ਬੈਂਡ ਲਓ ਤੇ ਜਾਓ, ਤੇ ਸਭ ਦਾ ਹੀ ਇੱਕ ਹੀ ਮਾਈਂਡ ਸੈਟ ਹੈ, ਇੱਕ ਹੀ ਟਰੈਕ ਤੇ ਚੱਲ ਰਿਹਾ ਹੈ ਵੀ 10ਵੀਂ ਕਰੋ, IELTS ਦਾ ਕੋਚਿੰਗ ਲਓ 1-2 ਸਾਲ, ਤੇ ਨਾਲ ਡਿਪਲੋਮਾ ਕੋਈ ਚੱਕ ਲਓ, ਤੇ ਇੱਥੇ ਕੋਰਸ ਲੈ ਲਓ ਤੇ ਇੱਥੇ ਆ ਜਾਓ। ਕਿਉਂਕਿ ਫੋਕਸ ਪੜ੍ਹਾਈ ਨਹੀਂ ਹੈ ਨਾ, ਜਿਹੜਾ ਐਟ ਦੀ ਐਂਡ ਗੋਲ ਹੈ ਉਹ ਪੜ੍ਹਾਈ ਨਹੀਂ ਹੈ, ਉਹ ਕੈਨੇਡਾ ਪਹੁੰਚ ਕੇ ਲੇਬਰ ਕਰਨਾ ਹੈ। ਉਹ ਹੈਗਾ ਵੀ ਕਿਵੇਂ ਨਾ ਕਿਵੇਂ ਉਸ ਹਾਲਾਤਾਂ ਚੋਂ ਨਿਕਲੀਏ। ਸਭ ਨੂੰ ਐਂ ਲੱਗਦਾ ਹੈ ਵੀ ਜੇ ਅਸੀਂ ਆਪਣੇ ਹਾਲਾਤ, ਘਰ ਦੇ ਹਾਲਾਤ ਜੇ ਕਿਸੇ ਦੇ ਮਾੜੇ ਆ ਜਾਂ ਕੋਈ ਚੰਗੇ ਨਹੀਂ ਹੈਗੇ ਆਰਥਿਕ ਤੌਰ ਦੇ ਉੱਤੇ, ਜੇ ਕੋਈ ਸੁਧਾਰ ਹੋ ਸਕਦਾ ਜਾਂ ਉਹਨਾਂ ਦਾ ਕੋਈ ਵਧੀਆ ਹੋ ਸਕਦਾ, ਉਹ ਸਿਰਫ ਕੈਨੇਡਾ ਬਾਹਰ ਜਾ ਕੇ ਹੀ ਹੋ ਸਕਦਾ, ਵੀ ਉਹ ਪੰਜਾਬ 'ਚ ਨਹੀਂ ਹੋਣਾ ਹੈਗਾ। ਮਾਪਿਆਂ ਨੂੰ ਇਹ ਡਰ ਹੈ ਵੀ ਜੇ ਬੱਚੇ ਸਕੂਲ ਜਾਂਦੇ ਆ, ਕਾਲਜ ਜਾਂਦੇ, ਵਿਗੜ ਨਾ ਜਾਣ, ਨਸ਼ੇ ਦੇ ਆਦੀ ਨਾ ਹੋ ਜਾਣ, ਜਾਂ ਕੋਈ ਕ੍ਰਾਈਮ ਦੀ ਦੁਨੀਆ 'ਚ ਨਾ ਚਲੇ ਜਾਣ। ਉਹ ਫੀਅਰਸ ਉਰੇ ਵੀ ਨੇ, ਪਰ ਇੱਥੇ ਆ ਕੇ ਕੰਸਰਨ ਆਏ ਆ ਵੀ ਜਦੋਂ ਬੰਦਾ ਸਟੱਡੀ ਦੇ ਨਾਲ ਨਾਲ ਕੰਮ 'ਚ ਵੱਝਿਆ ਜਾਂਦਾ, ਰੁੱਝ
ਜਾਂਦਾ ਹੈਗਾ ਤਾਂ ਉਹਨੂੰ ਬਹੁਤਾ ਟਾਈਮ ਨਹੀਂ ਮਿਲਦਾ ਹੈਗਾ। ਆਮ ਤੌਰ ਤੇ ਇਹ ਗੱਲ ਵੀ ਦੇਖੀ ਗਈ ਹੈ, ਕਿਉਂਕਿ ਉਹਨੂੰ ਹੁੰਦਾ ਵੀ ਹਾਂ ਮੈਂ ਕੰਮ ਕਰਨਾ ਹੈ, ਜੇ ਮੈਂ ਨਹੀਂ ਕਰੂੰਗਾ ਤਾਂ ਖਰਚਾ ਮੇਰਾ ਘਰ ਨਹੀਂ ਚੱਲਣਾ, ਤਾਂ ਉਹਨੂੰ ਇੰਨਾ ਕੰਮ ਕਰਨਾ ਪੈਂਦਾ, ਉਹ ਬੰਨਿਆ ਜਾਂਦਾ ਉਸ ਚੀਜ਼ ਨਾਲ। ਤਾਂ ਉਹ ਚੀਜ਼ ਨੂੰ ਘਰਦਿਆਂ ਨੂੰ ਲੱਗਦਾ ਵੀ ਇੱਕ ਜ਼ਿੰਮੇਵਾਰੀ ਜਦੋਂ ਪੈ ਜਾਂਦੀ ਹੈ ਬੱਚੇ ਦੇ ਉੱਤੇ ਕਮਾਉਣ ਦੀ, ਖਾਣ ਦੀ, ਤਾਂ ਉਹਦੇ ਅੰਦਰ ਬਹੁਤ ਜ਼ਿਆਦਾ ਬਦਲਾਵ ਆ ਜਾਂਦੇ ਆ, ਤਾਂ ਉਹ ਜਿਹੜੇ ਮਾੜੀਆਂ ਚੀਜ਼ਾਂ ਹੁੰਦੀਆਂ ਉਹਨਾਂ ਤੋਂ ਦੂਰ ਰਹਿੰਦਾ ਹੈਗਾ। ਬਿਲਕੁਲ। ਤਾਂ ਇਹ ਹੁਣ ਦੇਖਣ ਵਾਲੀ ਗੱਲ ਹੈ ਵੀ ਇਹਨਾਂ ਦਾ ਕੀ ਹੁੰਦਾ। ਹਾਲੇ ਤੱਕ ਪੋਜ਼ਿਟਿਵ ਸਾਈਨਸ ਨੇ ਹਰ ਪਾਸੋਂ, ਪਰ ਇਹ ਆਸ ਹੈ ਵੀ ਇਹਨਾਂ ਦਾ ਜਿਹੜਾ ਡਿਪੋਰਟੇਸ਼ਨ ਪ੍ਰੋਜੈਕਟ ਹੈ ਐਟਲੀਸਟ ਸੁਣਵਾਈ ਤਾਂ ਘੱਟੋ ਘੱਟ ਪ੍ਰੋਪਰ ਹੋਵੇ, ਉਹ ਸਟੇ ਤਾਂ ਲੱਗ ਜਵੇ, ਕਾਰਵਾਈ ਨਾਲ ਚੱਲ ਰਹੀ। ਇਹ ਗੱਲ ਤਾਂ ਸਟੂਡੈਂਟਸ ਵੀ ਮੰਨਦੇ ਨੇ ਕਿ ਅਸੀਂ ਜਾਣਦੇ ਹਾਂ ਕਿ ਓਵਰਨਾਈਟ ਚੀਜ਼ਾਂ ਨਹੀਂ ਬਦਲ ਸਕਦੀਆਂ, ਅਸੀਂ ਜਾਣਦੇ ਹਾਂ, ਅਸੀਂ ਖੁਦ ਚਾਹੁੰਦੇ ਹਾਂ ਕਿ ਕਮੇਟੀ ਬਣੇ, ਜਾਂਚ ਹੋਵੇ, ਪਰ ਉਦੋਂ ਤੱਕ ਐਟਲੀਸਟ ਸਾਨੂੰ ਟੈਂਪਰੇਰੀ ਰਾਹਤ ਦੇ ਦਿੱਤੀ ਜਾਵੇ ਕਿ ਤੁਹਾਨੂੰ ਕਿਤੇ ਡਿਪੋਰਟ ਨਹੀਂ ਕੀਤਾ ਜਾ ਰਿਹਾ, ਯੂ ਕੈਨ ਸਟੇ ਐਟ ਯੂਰ ਹੋਮ, ਯੂ ਕੈਨ ਸਟਾਰਟ ਯੂਰ ਵਰਕ, ਤੁਸੀਂ ਇਸ ਚੀਜ਼ ਦੇ ਵਿੱਚ ਬੰਨੇ ਨਹੀਂ ਹੋਏ ਹੋ। ਫਿਲਹਾਲ ਵਿਰੋਧੀ ਧਿਰ ਵੱਲੋਂ ਮੋਸ਼ਨ ਵੀ ਪਾਸ ਕੀਤਾ ਗਿਆ ਹੈ, ਉਸ ਮੋਸ਼ਨ ਦੇ ਨਾਲ ਵੀ ਇਹਨਾਂ ਸਟੂਡੈਂਟਸ ਨੂੰ ਕਾਫੀ ਫਾਇਦਾ ਹੋ ਜਾਵੇਗਾ। ਐਂਡ ਜਿਹਨਾਂ ਲੋਕਾਂ ਦੇ ਮਨ ਦੇ ਵਿੱਚ ਇਹ ਵੀ ਖਿਆਲ ਆਉਂਦਾ ਹੋਵੇਗਾ ਕਿ ਤੁਸੀਂ ਕੈਨੇਡਾ ਬੈਠ ਕੇ ਇਹ ਸਲਾਹ ਦੇ ਰਹੇ ਹੋ ਕਿ ਵਿਦਿਆਰਥੀ ਇੱਥੇ ਨਾ ਆਉਣ, ਤਾਂ ਅਸੀਂ ਇਹ ਸਲਾਹ ਬਿਲਕੁਲ ਨਹੀਂ ਦੇ ਰਹੇ ਕਿ ਇੱਥੇ ਸਟੂਡੈਂਟਸ ਨਾ ਆਉਣ। ਅਸੀਂ ਬਿਲਕੁਲ ਕਹਿੰਦੇ ਹਾਂ ਕਿ ਸਟੂਡੈਂਟਸ ਨੂੰ ਆਉਣਾ ਚਾਹੀਦਾ ਹੈ, ਪਰ ਇੰਨੇ ਕੁ ਕਾਬਿਲ ਬਣ ਕੇ ਜ਼ਰੂਰ ਆਓ ਕਿ ਇੱਥੇ ਆ ਕੇ ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਤੁਹਾਨੂੰ ਨਾ ਹੋਣਾ ਪਵੇ, ਕਿਉਂਕਿ ਇਹ ਠੱਗੀ ਜੇਕਰ ਦਿੱਲੀ ਏਅਰਪੋਰਟ ਤੇ ਫੜੀ ਗਈ ਹੁੰਦੀ ਫਿਰ ਸਿੱਧੇ ਤੌਰ ਤੇ ਕਸੂਰ ਨਿਕਲਦਾ ਸੀ ਸ਼ੁਕਰਮਨ ਸਟੂਡੈਂਟਸ ਦਾ ਕਿ ਉਹਨਾਂ ਨੇ ਧਿਆਨ ਨਹੀਂ ਦਿੱਤਾ। ਪਰ ਜਦੋਂ ਤੁਸੀਂ 4 ਸਾਲ ਆ ਕੇ ਇੱਥੇ ਕੰਮ ਕਰ ਲਿਆ ਤੇ PR ਜਦੋਂ ਤੁਸੀਂ ਲੈਣ ਲੱਗੇ ਤੇ ਉਸ ਤੋਂ ਬਾਅਦ ਇਹ ਗੱਲਾਂ ਸਾਹਮਣੇ ਆਉਣੀਆਂ, ਇਸ ਦੇ ਵਿੱਚ ਵਿਦਿਆਰਥੀਆਂ ਦਾ ਕਾਫੀ ਬਚਾਅ ਹੁੰਦਾ ਹੈ, ਕਿਉਂਕਿ ਸਿਸਟਮ ਦੇ ਉੱਪਰ ਸਵਾਲ ਖੜੇ ਹੁੰਦੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਕਿਉਂਕਿ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਵਿਰੋਧੀ ਧਿਰ ਤੇ ਜਿਹੜੇ ਲੋਕਲ ਸਿਆਸਤਦਾਨ ਨੇ ਸਾਰੇ ਇਸ ਮਾਮਲੇ ਦੇ ਵਿੱਚ ਕੁੱਦ ਪਏ ਨੇ। ਹੁਣ ਕਿਹੜੇ ਆਸਾਰ ਬਣਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ, ਤੇ ਕਿਉਂਕਿ ਜ਼ਾਹਰ ਜੀ ਗੱਲ ਹੈ ਕਿ ਜੇਕਰ ਇਹ ਵਿਦਿਆਰਥੀ ਰਿਪੋਰਟ ਹੋ ਕੇ ਜਾਂਦੇ ਨੇ ਤੇ ਨਾ ਸਿਰਫ ਉਹਨਾਂ ਦਾ ਨੁਕਸਾਨ ਹੋਵੇਗਾ, ਕੈਨੇਡਾ ਦਾ ਵੀ ਬਹੁਤ ਵੱਡੇ ਪੱਧਰ ਤੇ ਜਿਹੜੀ ਇੱਕ ਇਮੇਜ ਹੈ ਉਸ ਦੀ ਸਾਖ ਜਿਹੜੀ ਹੈ ਉਹ ਦਾਅ ਤੇ ਲੱਗਦੀ ਹੈ। ਸੋ ਅਸੀਂ ਉਮੀਦ ਇਹੀ ਕਰਦੇ ਹਾਂ ਕਿ ਇਹਨਾਂ ਵਿਦਿਆਰਥੀਆਂ ਜਿਹੜੇ ਇਸ ਵੇਲੇ ਧਰਨੇ ਤੇ ਬੈਠੇ ਹੋਏ ਨੇ ਉਹਨਾਂ ਦਾ ਮਸਲਾ ਪੋਜ਼ਿਟਿਵ ਤਰੀਕੇ ਦੇ ਨਾਲ ਹੱਲ ਜ਼ਰੂਰ ਹੋਵੇ। ਸ਼ੁਭਕਰਮਨ ਬਹੁਤ ਬਹੁਤ ਧੰਨਵਾਦ। ਥੈਂਕ ਯੂ ਅੰਮ੍ਰਿਤ, ਥੈਂਕ ਯੂ, ਬਹੁਤ ਬਹੁਤ ਧੰਨਵਾਦ।